ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਕੀ ਹਾਲ ਹੈ? ਠੀਕ ਠਾਕ ਹੋ ਜੀ? ਕਿਰਪਾ ਮਹਾਰਾਜ, ਕਿਰਪਾ। ਵਾਹ ਜੀ ਵਾਹ, ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੀ ਇੱਕ ਨਿੱਕੀ ਜੀ ਰਿਕੁਐਸਟ 'ਤੇ ਆਏ ਹੋ। ਤੁਸੀਂ ਅਤੇ ਜਿਵੇਂ ਹੁਣੇ ਕਿਹਾ ਕਿ ਅਸੀਂ ਪੰਜਾਬੀ ਮਾਂ ਬੋਲੀ ਬਾਰੇ ਗੱਲ ਕਰਾਂਗੇ, ਅਤੇ ਪਰ ਉਸ ਤੋਂ ਪਹਿਲਾਂ ਜੀ ਮੈਂ ਇਹ ਜਾਣਨਾ ਚਾਹਾਂਗਾ ਕਿ ਤੁਹਾਡਾ ਜਨਮ ਕਿੱਥੇ ਹੋਇਆ, ਬਚਪਨ ਕਿੱਥੇ ਗੁਜ਼ਰਿਆ, ਕਿਸ ਤਰ੍ਹਾਂ ਦੀ ਤੁਹਾਡੀ ਪੜ੍ਹਾਈ, ਕਿਹੜੇ ਸਕੂਲਾਂ ਕਾਲਜਾਂ ਤੁਸੀਂ ਪੜ੍ਹ ਕੇ ਫਿਰ ਜਿਹੜੇ ਉਹ ਪ੍ਰੋਫੈਸਰ ਲੱਗੇ ਹੋ? ਜੀ ਮੈਂ ਕਰਨਾਟਕ ਤੋਂ ਹਾਂ, ਦੱਖਣ ਭਾਰਤ। ਜੀ। ਬੜੀ ਸੁੰਦਰ ਸ਼ਹਿਰ ਸਾਡੀ ਬੀਜਾਪੁਰ ਜ਼ਿਲ੍ਹਾ। ਹਾਂਜੀ। ਉੱਥੇ ਨੇੜੇ ਹੀ ਸਾਲੁਟਗੀ ਸ਼ਿਰਸ਼ਾੜ ਪਿੰਡ ਹੈਗਾ, ਉੱਥੋਂ ਮੈਂ ਜੰਪਲ ਹਾਂ ਜੀ, ਜੋ ਨਾਨਕ ਜ਼ੀਰਾ ਬੀਦਰ ਤੋਂ 100 ਕਿਲੋਮੀਟਰ ਦੂਰ ਹੈ। ਬੀਦਰ ਤੋਂ? ਜੀ। ਅੱਛਾ। ਦੂਜੀ ਉਦਾਸੀ ਦੌਰਾਨ ਮੇਰੇ ਗੁਰੂ ਮਹਾਰਾਜ ਮੇਰਾ ਕਰਨਾਟਕ 'ਤੇ ਕਿਰਪਾ ਕਰਕੇ ਉੱਥੇ ਪਹੁੰਚੇ ਸਨ। ਉੱਥੇ ਮੈਂ 100 ਕਿਲੋਮੀਟਰ ਦੂਰ ਉੱਥੇ ਮੇਰਾ ਜਨਮ ਹੋਇਆ। ਅਤੇ 2003 ਦੇ ਵਿੱਚ ਮੇਰਾ UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਕੇਂਦਰ ਲੋਕ ਸੇਵਾ ਆਯੋਗ ਤੋਂ ਨਿਯੁਕਤ ਹੋ ਕੇ ਮੈਂ ਦਿੱਲੀ ਤੋਂ ਚੰਡੀਗੜ੍ਹ ਪਹੁੰਚਿਆ ਸੀ, ਸਰਕਾਰੀ ਕਾਲਜ ਸੈਕਟਰ 46 ਚੰਡੀਗੜ੍ਹ। ਅੱਛਾ। ਸੋਸ਼ੋਲੋਜੀ ਪੜ੍ਹਾਉਣ ਲਈ। ਠੀਕ ਹੈ ਜੀ। ਇੱਥੇ ਪਹੁੰਚਣ ਤੋਂ ਬਾਅਦ ਮੈਨੂੰ ਲੱਗਦਾ ਹੈ ਪੰਜਾਬੀ ਵਿੱਚ ਕੰਮ ਕਰਨਾ ਮੈਨੂੰ ਕੁਝ ਪਤਾ ਨਹੀਂ ਸੀ। ਉਸ ਤੋਂ ਬਾਅਦ ਪੰਜਾਬੀ ਸਿੱਖੀ ਅਤੇ ਪੰਜਾਬੀ ਨਾਲ ਪਿਆਰ ਹੋਇਆ ਅਤੇ ਬਸ। ਜੀ। ਉੱਥੋਂ ਤੁਸੀਂ ਕਿਹੜੀ ਪੜ੍ਹਾਈ ਕੀਤੀ, ਕਿੱਥੋਂ ਪੜ੍ਹੇ? ਹਾਂ, ਉੱਥੇ ਕਰਨਾਟਕ ਦੇ ਵਿੱਚ ਮੇਰਾ 12ਵੀਂ ਤੱਕ। ਉਸ ਤੋਂ ਬਾਅਦ ਮੈਂ ਦਿੱਲੀ ਆਇਆ ਸੀਗਾ ਗ੍ਰੈਜੂਏਸ਼ਨ ਕਰਨ ਲਈ। ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਮੈਂ MA ਕੀਤੀ ਸੋਸ਼ੋਲੋਜੀ। ਜੀ। MA ਤੋਂ ਬਾਅਦ MPhil ਸੋਸ਼ੋਲੋਜੀ। ਅੱਛਾ। ਹਾਂ ਜੀ। UGC ਕਲੀਅਰ ਹੋਇਆ ਮੇਰਾ। ਉਸ ਤੋਂ ਬਾਅਦ UPSC ਸਿਲੈਕਸ਼ਨ ਹੋ ਕੇ ਇੱਥੇ ਪਹੁੰਚਿਆ ਜੀ। ਇੱਥੇ ਆ ਕੇ ਫਿਰ ਚੰਡੀਗੜ੍ਹ 'ਚ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਇੱਥੇ ਤਾਂ ਸਾਰੇ ਤੁਹਾਨੂੰ ਬਿਲਕੁਲ ਹੀ ਦਿੱਲੀ ਨਾਲੋਂ ਤਾਂ ਅਲੱਗ ਹੈਗਾ ਇੱਥੇ, ਹੈ ਨਾ? ਹਾਂ ਬਿਲਕੁਲ। ਮੈਨੂੰ ਇੱਦਾਂ ਲੱਗਿਆ ਕਿ ਚੰਡੀਗੜ੍ਹ ਇੰਨੀ ਖੂਬਸੂਰਤ ਸ਼ਹਿਰ। ਮੈਂ ਤਾਂ ਮੈਂ ਪੰਜਾਬੀ ਕੁਝ ਨਹੀਂ ਜਾਣਦੀ ਸੀ ਉਸ ਵਕਤ। ਪਹਿਲੀ ਵਾਰ 2003 ਦੇ ਵਿੱਚ ਮੈਂ ਰੱਜ ਕੇ ਅੰਗਰੇਜ਼ੀ 'ਚ ਪੜ੍ਹਾਉਂਦੇ ਰਿਹਾ ਸਾਡੇ ਕਾਲਜ ਦੇ ਬੱਚੇ ਨੂੰ। ਮੈਨੂੰ 2 ਸਾਲ ਤੋਂ ਬਾਅਦ ਮਤਲਬ ਲਗਭਗ 2005 ਦੇ ਵਿੱਚ ਮੈਨੂੰ ਲੱਗਿਆ ਕਿ ਮੈਂ ਗਲਤ ਕਰ ਰਿਹਾ, ਕਿਉਂਕਿ ਸਾਡੇ ਕਲਾਸ ਦੇ ਵਿੱਚ ਬੱਚੇ ਪੰਜਾਬ ਤੋਂ ਆਉਂਦੇ ਨੇ ਜਿਨ੍ਹਾਂ ਦੀ ਮਾਂ ਬੋਲੀ ਪੰਜਾਬੀ। ਮੈਂ ਰੱਜ ਕੇ ਅੰਗਰੇਜ਼ੀ 'ਚ ਪੜ੍ਹਾਉਂਦਾ ਰਿਹਾ। ਮੈਂ ਸੋਚਿਆ ਇਹ ਗਲਤ ਹੈ, ਮੈਨੂੰ ਪੰਜਾਬੀ ਸਿੱਖ ਕੇ ਉਹਨਾਂ ਨੂੰ ਪੰਜਾਬੀ 'ਚ ਹੀ ਪੜ੍ਹਾਉਣ ਦੀ ਲੋੜ ਹੈ ਤਾਂ ਕਿ ਉਹਨਾਂ ਦੀ ਮਾਂ ਬੋਲੀ 'ਚ ਮੈਂ ਉਹਨਾਂ ਨੂੰ ਬਿਹਤਰੀਨ ਢੰਗ ਨਾਲ ਸਮਝਾ ਸਕਦਾ। ਇਸ ਲਈ ਮੈਂ ਇਹ 35 ਸਿੱਖੀ ਮਹਾਰਾਜ। ਅੱਛਾ। ਇਹ 35 ਅੱਖਰ, ਇੰਨੀ ਤਾਕਤ ਦੇਖੋ ਇਸ ਦੀ ਤਾਕਤ ਪੰਜਾਬੀ ਭਾਸ਼ਾ ਦੀ। ਇਹ ਸਿੱਖਣ ਤੋਂ ਬਾਅਦ ਨਾ ਸਿਰਫ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰਤਾ ਮੈਂ, ਉਹ ਬੱਚੇ ਵਧੀਆ ਮਾਰਕਸ ਵੀ ਲੈਣ ਲੱਗੇ ਉਹ ਕਲਾਸ ਦੇ ਵਿੱਚ, ਐਗਜ਼ਾਮ ਦੇ ਵਿੱਚ। ਮੇਰੇ ਕਲਾਸ ਦੇ ਵਿੱਚ ਜਦ ਕਿ BA ਤੋਂ ਇਲਾਵਾ BSc BCom ਸਟੂਡੈਂਟਸ ਵੀ ਆ ਕੇ ਬੈਠਣ ਲੱਗੇ ਸੀ, ਕਿਉਂਕਿ ਕਰਨਾਟਕ ਤੋਂ ਆ ਕੇ ਕੋਈ ਪੰਜਾਬੀ ਬੋਲਦਾ ਪਿਆ, ਚਲੋ ਸੁਣਦੇ। ਇਹ ਇੰਨੀ ਰੁਚੀ ਉਹਨਾਂ ਨੂੰ ਸੁਣਨ ਦੇ ਵਿੱਚ, ਪੰਜਾਬੀ ਸੁਣਨ। ਉਸ ਤੋਂ ਬਾਅਦ ਦੇਖੋ ਇਸ ਦੀ ਕਿਰਪਾ, ਸ਼੍ਰੀ ਜਪਜੀ ਸਾਹਿਬ ਨੂੰ ਮੈਂ ਅਧਿਐਨ ਕਰਨ ਲੱਗਿਆ, ਕਿਉਂਕਿ ਇਹ ਗੁਰਮੁਖੀ ਸਿੱਖੀ। ਉਸ ਤੋਂ ਬਾਅਦ ਜਪਜੀ ਸਾਹਿਬ ਨੂੰ ਪੜ੍ਹਨਾ ਲੱਗਿਆ, ਪਾਠ ਕਰਨ ਲੱਗਿਆ, ਉਸਨੂੰ ਸਮਝਣ ਲੱਗਿਆ 2009 ਤੱਕ। 2005 ਤੋਂ 9 ਤੱਕ। 2010 ਦੇ ਵਿੱਚ ਮੇਰੇ 'ਤੇ ਕਿਰਪਾ ਹੋਇਆ। ਉਸਨੂੰ ਜਪਜੀ ਸਾਹਿਬ ਨੂੰ ਕੰਨੜ ਵਿੱਚ ਅਨੁਵਾਦ ਕਰਕੇ ਮੇਰੇ ਕਰਨਾਟਕ ਤੱਕ ਮੈਂ ਪਹੁੰਚਾਇਆ, ਬਸ ਇਸ 35 ਦੀ ਮਿਹਰ ਕਾਰਨ। ਅੱਛਾ ਜੀ। ਤੁਸੀਂ ਕੰਨੜ 'ਚ ਅਨੁਵਾਦ ਕੀਤਾ ਹੈਗਾ ਨਾ? ਹਾਂ। ਅਤੇ ਉਹ ਤੁਹਾਡੇ ਪਿੰਡ ਦੇ ਜਿਹੜੇ ਆ ਬੱਚੇ ਜਾਂ ਉੱਥੋਂ ਦੇ ਲੋਕ ਨੇ ਜਿਹੜੇ ਉਹ ਪੜ੍ਹਦੇ ਨੇ ਉੱਥੇ? ਬਿਲਕੁਲ ਮਹਾਰਾਜ, ਇੰਨੀ ਕਿਰਪਾ ਹੋਇਆ। ਅਤੇ ਜਪਜੀ ਸਾਹਿਬ ਅਨੁਵਾਦ ਹੋਣ ਤੋਂ ਬਾਅਦ ਮੇਰਾ ਪਹਿਲਾ ਕਾਰਜ ਸੀਗਾ ਕਰਨਾਟਕ ਤੱਕ ਪਹੁੰਚਾਉਣਾ। ਕਿ ਕਿਸ ਨੂੰ ਦੇਣਾ? ਕਿ ਬੁੱਧੀਜੀਵੀ, ਲੇਖਕ, ਸਾਹਿਤਕਾਰ। ਜੀ। ਇੱਕ ਗਿਆਨਪੀਠ ਅਵਾਰਡੀ ਹੈ ਚੰਦਰਸ਼ੇਖਰ ਕੰਬਾਰ ਕਰਨਾਟਕ ਦੇ ਵਿੱਚ, ਉਹਨਾਂ ਨੂੰ ਮੈਂ ਦੇਖ ਕੇ ਆਇਆ। ਉਹ ਕਿਹਾ ਕਿ ਮੇਰਾ ਜਨਮ ਹੁਣ ਸਫਲ ਹੋਇਆ ਕਿ ਕੰਨੜ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਮੈਂ ਪੜ੍ਹਨ ਲੱਗਿਆ। ਇੰਨੀ ਲੋਕ, ਬਹੁਤ ਕਰਨਾਟਕ ਦੇ ਲੋਕ ਮੰਨਦੇ ਹੈ ਅਸੀਂ ਬਾਬਾ ਨਾਨਕ, ਮਤਲਬ ਅਸੀਂ ਸਨਮਾਨ ਖੜ ਜਾਂਦੇ ਹੈ। ਸਾਡੇ ਕਰਨਾਟਕ ਦੇ ਜਿੱਥੇ ਇਲਾਕੇ ਮੈਂ ਆਉਂਦਾ ਉੱਥੇ ਮੈਂ ਜਾ ਕੇ ਵੰਡਣ ਲੱਗਿਆ। ਇੱਕ ਪਿੰਡ ਹੈਗਾ, ਉੱਥੇ ਦੇ ਪਿੰਡ ਦੇ ਲੋਕ ਜਪਜੀ ਸਾਹਿਬ ਕੰਨੜ ਵਿੱਚ ਲਿਖ ਕੇ ਉਹਨਾਂ ਨੇ ਖੁਦ ਪੈਸੇ ਇਕਜੁੱਟ ਕਰਕੇ ਖੁਦ ਗੁਰਦੁਆਰਾ ਸਾਹਿਬ ਬਣਾ ਕੇ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੰਨੜ ਦੇ ਵਿੱਚ ਅਨੁਵਾਦਿਤ ਹੋਇਆ ਜਪਜੀ ਸਾਹਿਬ ਨੂੰ ਪ੍ਰਕਾਸ਼ਿਤ ਕਰਕੇ ਉਸ ਦੇ ਪਾਠ ਵੀ ਕਰਦੇ। ਅੱਛਾ। ਇੰਨੀ ਪ੍ਰਭਾਵਸ਼ਾਲੀ ਜਪਜੀ ਸਾਹਿਬ, ਕਿਉਂਕਿ ਜਪਜੀ ਸਾਹਿਬ ਦੇ ਵਿੱਚ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ ਸਿਰਫ ਤਾਂ ਇੱਕੋ ਇੱਕ ਪਰਮਾਤਮਾ ਦੀ ਉਤਸਤ ਹੈ।
ਹਾਂਜੀ, ਸਭ ਤੋਂ ਵੱਡੀ ਪੱਧਰ ਤੇ ਜੇਕਰ ਪਰਮਾਤਮਾ ਦੀ ਉਤਸਵ ਹੋਇਆ ਉਹ ਜਪਜੀ ਸਾਹਿਬ ਵਿੱਚ ਹੋਇਆ ਹੈ। ਜੀ ਇਸ ਲਈ ਉਹ ਕਰਨਾਟਕ ਦੇ ਲੋਕ ਕਮਾਲ ਦੇ ਪ੍ਰਭਾਵਿਤ ਹੋ ਕੇ ਉਹ ਪਾਠ ਕਰਦੇ ਹੈ। 300 ਤੋਂ ਵੱਧ ਬੱਚੇ ਉੱਤੇ ਪਾਠ ਕਰਦੇ ਨੇ। ਅੱਛਾ, ਹੁਣ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਵੇਂ ਪ੍ਰਭਾਵਿਤ ਨੇ ਉਹ ਕਰਨਾਟਕ ਦੇ ਲੋਕ। ਮੈਂ ਬਹੁਤ ਪ੍ਰਭਾਵਿਤ ਹਾਂ ਉਹ ਜਪਜੀ ਸਾਹਿਬ ਤੋਂ। ਮੈਂ ਕੰਨੜ ਵਿੱਚ ਜਿਹੜੇ ਅਨੁਵਾਦ ਹੋਇਆ ਮੈਂ ਜ਼ਰੂਰ ਤੁਹਾਨੂੰ ਜਪਜੀ ਸਾਹਿਬ ਦੀ ਕੰਨੜ ਵਿੱਚ ਸੁਣਾਉਣਾ ਚਾਹਾਂਗਾ। ਜੀ ਬਿਲਕੁਲ, ਕਮਾਲ ਹੈ। ਮੈਂ ਖੁਦ ਅਨੁਵਾਦ ਕਰਨ ਤੋਂ ਬਾਅਦ ਮੈਨੂੰ ਲੱਗਿਆ ਕਿ ਇਹ ਕਿਵੇਂ ਹੋਇਆ ਖੁਦ, ਕਿਉਂਕਿ ਉਹ ਸ਼ਬਦਾਵਲੀ ਫੜ ਕੇ ਉੱਥੇ ਰੱਖਣਾ ਲੱਭ ਕੇ ਬਹੁਤ ਕਮਾਲ ਦਾ ਹੋਇਆ। ਤੁਸੀਂ ਜੇ ਸੁਣੋਗੇ ਹਾਂ ਕਮਾਲ ਹੈ, ਕਿਉਂਕਿ ਮੇਰੀ ਕੰਨੜ ਮਾਂ ਬੋਲੀ ਦੀ ਖੁਸ਼ਬੂ ਤਾਂ ਇੱਥੇ ਤੱਕ ਪਹੁੰਚਣਾ ਜ਼ਰੂਰੀ ਹੈ। ਮੇਰੀ ਮਾਂ ਬੋਲੀ ਕੰਨੜ ਹੈ। ਕੰਨੜ ਮਾਂ ਬੋਲੀ ਦੇ ਵਿੱਚ ਜਪਜੀ ਸਾਹਿਬ ਅਨੁਵਾਦ ਕਰਕੇ ਮੇਰੀ ਮਾਂ ਬੋਲੀ ਕੰਨੜ ਨੂੰ ਮੈਂ ਰੂਹਾਨੀ ਦੀ ਸਿਖਰ ਤੱਕ ਲੈ ਕੇ ਗਿਆ। ਇਸ ਲਈ ਮੈਨੂੰ ਬਹੁਤ ਮਾਣ ਮਹਿਸੂਸ ਕਰਦਾ ਮੈਂ, ਕਿਉਂਕਿ ਗੁਰਮੁਖੀ ਸਿੱਖਣ ਤੋਂ ਬਾਅਦ ਹੀ ਕਿਰਪਾ ਹੋਇਆ ਹੈ। तो मेरी माँ बोली इन्नी अमीर हो चुकिया है जपजी साहब नू हासिल करके कन्नड़ दे विच। एक ओंकार सतनाम करता पुरख निर्भव निर्वैर अकाल मूरत अजनी साहबं गुरु प्रसाद देवरೊಬ್ಬನೇ ಅವನ ಹೆಸರು ಸತ್ಯ ಅವನೇ ರಚನಾಕಾರ ಭಯರಹಿತನಾಥ ವೈರತ್ವರಹಿತನಾಥ ಕಾಲರಹಿತನಾಥ गुरु कृपा कटाक्षनाथ। नाता 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 कमाल है। अनुवाद तुसी देखोगे कन्नड़ दे विच लोग कमाल दे पढ़ के हैरान हो जाते हैं। इन्नी वड्डी पद्धर ते जिथे औरत दी सम्मान दी गल हुंदी है उत्थे पवन गुरु पानी पिता माता धरत महत दी गल हुंदी है। कमाल दी मतलब कर्नाटक दे लोग उत्थे दे लोग कहंदे ने कि इन्ना ही नहीं पूरा गुरु ग्रंथ साहिब नू कन्नड़ विच अनुवाद करके ले आओ। वो कहंदे लोग, अच्छा मैनू फोन करके कहंदे कि ये कारज पवित्र कारज है गुरु ग्रंथ साहिब नू लेके आओ। ਕਿਰਪਾ ਜੇ ਹੋਵੇ ਉਹ ਵੀ ਕਰ ਦੇਣਾ ਮਹਾਰਾਜ। ਇਸ ਤੋਂ ਇਲਾਵਾ ਤੁਸੀਂ ਹੋਰ ਵੀ ਬਾਣੀ ਆਈ ਥਿੰਕ ਜਫਰਨਾਮਾ ਵੀ ਤੁਸੀਂ ਨਾ ਬਹੁਤ ਕਮਾਲ ਮੇਰੇ ਗੁਰੂ ਮਹਾਰਾਜ ਦੀ ਕਲਮ ਦੇਖੋ ਤੁਸੀਂ। ਹਾਂਜੀ, ਗੁਰੂ ਮਹਾਰਾਜ ਵਰਗੇ ਕਲਮਕਾਰ ਨਾ ਕਦੇ ਪੈਦਾ ਹੋਇਆ ਨਾ ਹੋਏਗਾ, ਕਿਉਂਕਿ ਉਸ ਵਕਤ ਜਦ ਜ਼ੁਲਮ ਦੀ ਹੱਦ ਪਾਰ ਹੋ ਚੁੱਕਿਆ ਸੀ ਜੀ ਮੁਗਲ ਸਾਮਰਾਜ ਦੀ। ਹਾਂਜੀ, ਉਸ ਵਕਤ ਮੇਰੇ ਗੁਰੂ ਮਹਾਰਾਜ ਨੇ ਕਲਮ ਨਾਲ ਲਿਖ ਕੇ ਜਫਰਨਾਮਾ ਜਿਸਨੂੰ ਅਸੀਂ ਕਹਿੰਦੇ ਹਾਂ ਉਸ ਕਲਮ ਨਾਲ ਲਿਖ ਕੇ ਉਸ ਵਕਤ ਦੇ ਤਖਤ ਨੂੰ ਹਿਲਾਏ ਸੀ। ਉਸ ਦਾ ਖੱਤ ਦਾ ਨਾਂ ਹੈ ਜਫਰਨਾਮਾ। ਉਸ ਜਫਰਨਾਮਾ ਦੇ ਵਿੱਚ ਮੇਰੇ ਮਹਾਰਾਜ ਉਹ ਵੀ ਫਾਰਸੀ ਭਾਸ਼ਾ ਦੇ ਵਿੱਚ ਕਮਾਲ ਦੇ ਲਫ਼ਜ਼ ਨਾਲ ਲਿਖਦੇ ਨੇ। ਮੇਰੇ ਤੇ ਇੰਨੀ ਕਿਰਪਾ ਹੋਇਆ ਮਹਾਰਾਜ, ਬਿਨਾਂ ਦੇਖ ਕੇ ਮੈਂ 111 ਪੰਕਤੀ ਬੋਲ ਸਕਦਾ ਜਫਰਨਾਮਾ ਦੀ। ਅੱਛਾ ਜੀ, ਇੰਨੀ ਕਿਰਪਾ ਹੋਇਆ। ਪਰ ਮੈਂ 5 ਪੰਕਤੀ ਜ਼ਰੂਰ ਤੁਹਾਨੂੰ ਸੁਣਾਉਣਾ ਚਾਹਾਂਗਾ, ਕਿਉਂਕਿ ਗੁਰੂ ਮਹਾਰਾਜ ਦੀ ਉਸ ਕਲਮ ਦੀ ਤਾਕਤ ਇੰਨੀ ਤਾਕਤ ਹੈ। ਗੁਰੂ ਮਹਾਰਾਜ ਲਿਖਦੇ ਨੇ कमाले करामात कायम करीम रजा बख्श राजिक रिहा कौन रहीम अमा बख्श बख्शिंद ओ दस्तगीर खता बख्श रोजी दियो दिल फजीर ना साजो ना बाजो न फौजो न फरस खुदावंद बख्शिंद ए ऐसो अरस हमु मरद बायद शब्द शुकनवर ना सिखमे दिगर दर्दाने दिगर चिहा सुद के चुंग बेचुंग पेच दे चार पेच दे मार। कमाल है। ਤੁਸੀਂ ਜੇ ਸਮਝੋਗੇ ਹੋਰ ਵੀ ਤੁਸੀਂ ਉਹ ਹੋ ਜਾਓਗੇ ਕਿ ਗੁਰੂ ਮਹਾਰਾਜ ਲਿਖਦੇ ਨੇ ਹਮੂ ਮਰਦ ਬਾਇਦ ਸ਼ਬਦ ਸ਼ੁਕਨਵਰ ਨਾ ਸਿਕਮੇ ਦਿਗਰ ਦਰਦਾਨੇ ਦਿਗਰ। ਇਸ ਦਾ ਭਾਵ ਇਹ ਹੈ ਔਰੰਗਜ਼ੇਬ ਇਨਸਾਨ ਨੂੰ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ ਤੇ ਦਿਲ ਦੇ ਵਿੱਚ ਇੱਕ ਗੱਲ ਤੇ ਦਿਮਾਗ ਦੇ ਵਿੱਚ ਹੋਰ ਗੱਲ ਨਹੀਂ ਹੋਣਾ ਚਾਹੀਦਾ। ਇਹ ਜਿਹੜੀ ਗੱਲ ਹੈ ਝੂਠ ਬੋਲ ਕੇ ਰਾਜ ਨਹੀਂ ਕਰਨਾ ਚਾਹੀਦਾ। ਇਹ ਜਿਹੜੀ ਗੱਲ ਹੈ ਸਿਰਫ ਔਰੰਗਜ਼ੇਬ ਤੇ ਲਾਗੂ ਨਹੀਂ ਹੁੰਦੀ ਹੈ ਮਹਾਰਾਜ, ਅੱਜ ਕੱਲ ਸੱਤਾ ਚਲਾਉਣ ਵਾਲੇ ਤੇ ਲਾਗੂ ਹੁੰਦੀ ਸਾਰੇ ਤੇ, ਨਾ ਸਿਰਫ ਹਿੰਦੁਸਤਾਨ ਹਰ ਥਾਂ ਤੇ ਹਰ ਦੇਸ਼ ਤੇ, ਕਿਉਂਕਿ ਗੁਰੂ ਮਹਾਰਾਜ ਦੀ ਸੋਚ ਸਿਰਫ ਪੰਜਾਬ ਹਿੰਦੁਸਤਾਨ ਤੇ ਸੀਮਿਤ ਨਹੀਂ ਹੈ, ਉਹ ਸਰਵਵਿਆਪੀ ਹੈ सर्वकालिक है। मैं मतलब झूठ बोल के राज करने वाले ते भी मेरे गुरु महाराज के सिद्धांत लागू होंगे। आगे गुरु महाराज लिखते ने चिहा सुध केचुंग बेचुंग पेच दे चार पेच दे मार। इसका भाव हे औरंगजेब भावे तुसी मेरा 4 बच्चों ਨੂੰ मारा होएगा, पर मैं कदे भी ना मुक्कण वाला खालसा पंथ बनाया मार के विखा। गुरु महाराज ਦੀ ਸੋਚ ਵਿੱਚ ਖਾਲਸਾ ਪੰਥ ਮਤਲਬ ਇੱਕ ਸਿਧਾਂਤ ਹੈ। ਉਹ ਇਨਸਾਨੀਅਤ ਨੂੰ ਬਚਾਉਣ ਲਈ ਲੜਨ ਵਾਲੇ ਲੋਕਾਂ ਦੀ ਸਮੂਹ, ਉਸਨੂੰ ਅਸੀਂ ਖਾਲਸਾ ਪੰਥ ਕਹਿੰਦੇ ਹਾਂ। ਉਹ ਲੋਕ ਅਮਰੀਕਾ ਵਿੱਚ ਵੀ ਹੋ ਸਕਦੇ ਹੈ, ਬਿਲਕੁਲ ਇਨਸਾਨੀਅਤ ਨੂੰ ਬਚਾਉਣ ਵਾਲੇ ਅਫਰੀਕਾ ਵਿੱਚ ਵੀ ਹੋ ਸਕਦੇ ਹੈ, ਬਿਲਕੁਲ ਹੋ ਸਕਦੇ, ਉਹ ਕਰਨਾਟਕ ਵਿੱਚ ਵੀ ਹੋ ਸਕਦੇ ਹੈ। ਮੇਰੇ ਗੁਰੂ ਮਹਾਰਾਜ ਦੀ ਸੋਚ ਇੰਨੀ ਵਿਸ਼ਾਲ ਹੈ ਕਿ ਇਨਸਾਨੀਅਤ ਨੂੰ ਬਚਾਉਣ ਵਾਲੇ ਜਿਹੜੇ ਲੋਕ ਨੇ ਵਹੀ ਪਵਿੱਤਰ ਨੇ, ਵਹੀ ਖਾਲਸਾ ਪੰਥ ਹੈ। ਉਹ ਸੋਚ ਮੈਂ ਬਣਾਇਆ, ਉਸਨੂੰ ਤੁਸੀਂ ਨਹੀਂ ਮੁਕਾ ਸਕਦੇ। ਇੰਨੀ ਤਾਕਤ।